ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਇੰਡੀਅਨ ਐਪਲਸ 'ਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਕੈਂਡਲ ਲਾਈਟ ਵਿਜ਼ਲ ਦਾ ਆਯੋਜਨ। ਦੀਪ ਸਿੱਧੂ ਨੂੰ ਮਿਲੀ ਜ਼ਮਾਨਤ। ਕੋਰੋਨਾ ਖਿਲਾਫ ਜੰਗ 'ਚ ਭਾਰਤ ਦੇ ਸਹਿਯੋਗ ਲਈ ਬਾਈਡਨ ਅਤੇ ਹੈਰਿਸ ਨੇ ਦਿੱਤਾ ਮਦਦ ਦਾ ਭਰੋਸਾ। 15 ਮਈ ਤੱਕ ਪੀਕ ਤੇ ਹੋਵੇਗਾ ਕੋਰੋਨਾ। ਰੋਜ਼ਾਨਾ ਹੋਣਗੀਆਂ 5600 ਮੌਤਾਂ। ਅਮਰੀਕੀ ਸਟੱਡੀ 'ਚ ਦਾਵਾ। ਡਾਕਟਰ ਓਬਰਾਏ ਵੱਲੋਂ ਨਕਲੀ ਏਜੰਟਾਂ ਤੋਂ ਸਾਵਧਾਨ ਰਹਿਣ ਦੀ ਅਪੀਲ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਇੰਡੀਅਨ ਐਪਲਸ ਵਿਖੇ ਮਾਰੇ ਗਏ 8 ਲੋਕਾਂ ਦੀ ਯਾਦ ਵਿੱਚ ਕੈਲੀਫੋਰਨੀਆ ਦੇ ਐਲਕ ਗਰੋਵ ਸ਼ਹਿਰ ਵਿੱਚ ਇੱਕ ਕੈਂਡਲ ਲਾਈਟ ਵਿਜ਼ਲ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਆਣ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇੰਡੀਅਨ ਐਪਲਸ ਵਿੱਚ ਮਾਰੇ ਗਏ 8 ਲੋਕਾਂ ਵਿੱਚੋਂ 4 ਸਿੱਖ ਭਾਈਚਾਰੇ ਨਾਲ ਸੰਬੰਧਿਤ ਸਨ, ਜਿਨ੍ਹਾਂ ਵਿੱਚ 66 ਸਾਲਾ ਅਮਰਜੀਤ ਕੌਰ ਜੌਹਲ, 50 ਸਾਲਾ ਜਸਵਿੰਦਰ ਕੌਰ, 68 ਸਾਲਾ ਜਸਵਿੰਦਰ ਸਿੰਘ ਅਤੇ 48 ਸਾਲਾ ਅਮਰਜੀਤ ਕੌਰ ਸੇਖੋਂ ਸ਼ਾਮਲ ਸਨ। ਸਿੰਘ ਐਂਡ ਕੌਰ ਪਾਰਕ ਐਲਕ ਗਰੋਵ ਵਿਖੇ ਹੋਏ ਇਸ ਸਮਾਗਮ ਵਿੱਚ ਬੋਲਦਿਆਂ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ ਨੇ ਕਿਹਾ ਕਿ ਸਾਡੇ ਭਾਈਚਾਰੇ ਲਈ ਇਹ ਬਹੁਤ ਵੱਡੀ ਦੁਖਦਾਈ ਘਟਨਾ ਹੈ। ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ। ਐਲਕ ਗਰੋਵ ਸਿਟੀ ਦੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਹੋਇਆਂ ਕਿਹਾ ਕਿ ਸਤੰਬਰ 11 ਦੀਆਂ ਘਟਨਾਵਾਂ ਤੋਂ ਬਾਅਦ ਅਮਰੀਕਾ ਵਿੱਚ ਸਿੱਖਾਂ ਨੂੰ ਸਮੇਂ-ਸਮੇਂ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਆਪਣੀ ਪਛਾਣ ਬਣਾਉਣ ਲਈ ਅਮਰੀਕੀ ਵਿਵਸਥਾ ਵਿੱਚ ਸ਼ਾਮਲ ਹੋਣ ਦੀ ਸਖਤ ਲੋੜ ਹੈ। ਇਸ ਸਮਾਗਮ ਵਿੱਚ ਸਿੱਖ ਭਾਈਚਾਰੇ ਤੋਂ ਇਲਾਵਾ ਏਸ਼ੀਅਨ, ਗੋਰੇ, ਕਾਲੇ, ਮੈਕਸੀਕਨ ਆਦਿ ਭਾਈਚਾਰੇ ਨੇ ਵੀ ਹਿੱਸਾ ਲਿਆ। ਆਏ ਲੋਕਾਂ ਵੱਲੋਂ ਦਿਨ ਢਲਦਿਆਂ ਮੋਮਬੱਤੀਆਂ ਜਗਾ ਕੇ ਮ੍ਰਿਤਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। 25 years, and we actually don't have a lot of sing and car parks throughout the state. So this is just very important to me as the first directly elected Sikh American mayor woman in the United States to have this in my hometown. ਲਾਲ ਕਿਲਾ ਹਿੰਸਾ ਮਾਮਲੇ ਵਿੱਚ ਦਿੱਲੀ ਦੀ 30 ਹਜ਼ਾਰੀ ਕੋਰਟ ਨੇ ਦੀਪ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਹੈ। ਕੋਰਟ ਨੇ 25,000 ਰੁਪਏ ਦੇ ਨਿੱਜੀ ਮੁਚਕਲੇ ਤੇ ਸਿੱਧੂ ਨੂੰ ਜ਼ਮਾਨਤ ਦਿੱਤੀ ਹੈ। ਦੱਸ ਦਈਏ ਕਿ ਦੀਪ ਸਿੱਧੂ ਤੇ ਇਹ ਦੂਜਾ ਕੇਸ ਸੀ ਜੋ ਕਿ ISI ਵੱਲੋਂ ਦਰਜ ਕਰਵਾਇਆ ਸੀ। ਇਸ ਤੋਂ ਪਹਿਲਾਂ ਕੋਰਟ ਦਿੱਲੀ ਵਿਖੇ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲਾ ਹਿੰਸਾ ਮਾਮਲੇ 'ਚ ਦੀਪ ਸਿੱਧੂ ਨੂੰ ਜ਼ਮਾਨਤ ਦੇ ਚੁੱਕੀ ਹੈ। ਇਸ ਕੇਸ ਵਿੱਚ ਜ਼ਮਾਨਤ ਮਿਲਦੇ ਹੀ ਦੀਪ ਸਿੱਧੂ ਦੀ ਮੁੜ ਗ੍ਰਿਫਤਾਰੀ ਹੋ ਗਈ ਸੀ। ਹੁਣ ਫਿਰ ਦੀਪ ਸਿੱਧੂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਨੂੰ ਜਾਨਲੇਵਾ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਵਿੱਚ ਮਦਦ ਦੇਣ ਲਈ ਲੋੜੀਂਦੀ ਮੈਡੀਕਲ ਜੀਵਨ ਰੱਖਿਆ ਸਪਲਾਈ ਅਤੇ ਉਪਕਰਨ ਸਮੇਤ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਬਾਈਡਨ ਨੇ ਇੱਕ ਟਵੀਟ ਵਿੱਚ ਕਿਹਾ, ਜਿਵੇਂ ਭਾਰਤ ਨੇ ਅਮਰੀਕਾ ਨੂੰ ਮਦਦ ਭੇਜੀ ਸੀ ਜਦੋਂ ਗਲੋਬਲ ਮਹਾਮਾਰੀ ਦੀ ਸ਼ੁਰੂਆਤ ਵਿੱਚ ਸਾਡੇ ਹਸਪਤਾਲਾਂ ਤੇ ਦਬਾਅ ਬਹੁਤ ਵੱਧ ਗਿਆ ਸੀ, ਉਂਝ ਹੀ ਅਸੀਂ ਲੋੜ ਦੇ ਸਮੇਂ ਇਸ ਸਮੇਂ ਵਿੱਚ ਭਾਰਤ ਦੀ ਮਦਦ ਕਰ ਰਹੇ ਹਾਂ। ਰਾਸ਼ਟਰਪਤੀ ਵੀਕਐਂਡ ਡੈਲਾਵੇਅਰ ਵਿਖੇ ਆਪਣੇ ਘਰ ਵਿੱਚ ਬਿਤਾ ਰਹੇ ਹਨ, ਪਰ ਸਮਝਿਆ ਜਾਂਦਾ ਹੈ ਕਿ ਉਹ ਭਾਰਤ ਵਿੱਚ ਹੋ ਰਹੇ ਘਟਨਾਕ੍ਰਮਾਂ ਤੇ ਨਜ਼ਰ ਬਣਾਏ ਹੋਏ ਹਨ। ਹੈਰਿਸ ਨੇ ਟਵੀਟ ਕੀਤਾ, ਅਮਰੀਕਾ ਕੋਵਿਡ-19 ਦੇ ਚਿੰਤਾਜਨਕ ਪ੍ਰਕੋਪ ਦੌਰਾਨ ਵਾਧੂ ਸਹਿਯੋਗ ਅਤੇ ਸਪਲਾਈ ਭੇਜਣ ਲਈ ਭਾਰਤ ਸਰਕਾਰ ਨਾਲ ਕਰੀਬੀ ਤੋਂ ਕੰਮ ਕਰ ਰਿਹਾ ਹੈ। ਮਦਦ ਦੇਣ ਦੇ ਨਾਲ ਹੀ ਅਸੀਂ ਭਾਰਤ ਦੇ ਬਹਾਦਰ ਸਿਹਤ ਕਰਮੀਆਂ ਸਮੇਤ ਉਸ ਦੇ ਨਾਗਰਿਕਾਂ ਲਈ ਪ੍ਰਾਰਥਨਾ ਵੀ ਕਰ ਰਹੇ ਹਾਂ। ਬਾਈਡਨ ਅਤੇ ਹੈਰਿਸ ਦੇ ਟਵੀਟ ਭਾਰਤ ਵਿੱਚ ਕੋਵਿਡ-19 ਦੇ ਹਾਲ ਹੀ ਵਿੱਚ ਜਾਨਲੇਵਾ ਪ੍ਰਕੋਪ ਦੇ ਬਾਅਦ ਚੋਟੀ ਦੀ ਅਮਰੀਕੀ ਲੀਡਰਸ਼ਿਪ ਵੱਲੋਂ ਦਿੱਤੀ ਗਈ ਪਹਿਲੀ ਪ੍ਰਤੀਕਿਰਿਆ ਹੈ। ਅਮਰੀਕਾ ਵਿੱਚ ਭਾਰਤ ਦੇ ਦੋਸਤਾਂ ਨੇ ਦੇਸ਼ ਦੇ ਸਹਿਯੋਗੀ ਦੀ ਮਦਦ ਵਿੱਚ ਹੌਲੀ ਪ੍ਰਤੀਕਿਰਿਆ ਲਈ ਦੋਹਾਂ ਦੀ ਆਲੋਚਨਾ ਕੀਤੀ ਸੀ। ਆਲੋਚਨਾ ਕਰਨ ਵਾਲਿਆਂ ਵਿੱਚ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਨੇਤਾ ਵੀ ਹਨ। ਅਮਰੀਕਾ ਦੇ ਸੀਨੀਅਰ ਸਾਂਸਦ ਸੰਕਟ ਦੇ ਸਮੇਂ ਵਿੱਚ ਭਾਰਤ ਨੂੰ ਸਿਹਤ ਸਹਿਯੋਗ ਅਤੇ ਸਮੱਗਰੀ ਉਪਲਬਧ ਕਰਵਾਉਣ ਲਈ ਬਾਈਡਨ ਪ੍ਰਸ਼ਾਸਨ ਤੋਂ ਲਗਾਤਾਰ ਅਪੀਲ ਕਰ ਰਹੇ ਨੇ। ਜਦੋਂ ਦੇਸ਼ ਦੀ ਸੰਸਦ ਰਾਜਨੀਤਿਕ ਵਿਚਾਰਾਂ ਨੂੰ ਲੈ ਕੇ ਦੋ ਧੁਰ ਵਿਰੋਧੀ ਖੇਮਿਆਂ ਵਿੱਚ ਵੰਡੀ ਹੋਈ ਹੈ, ਅਜਿਹੇ ਵਿੱਚ ਬਹੁਤ ਦੁਰਲਭ ਕਦਮ ਚੁੱਕਦੇ ਹੋਏ ਸੱਤਾਧਾਰੀ ਡੈਮੋਕ੍ਰੈਟਿਕ ਪਾਰਟੀ ਦੇ ਸਾਂਸਦ ਮਾਰਕ ਵਾਰਨਰ ਅਤੇ ਵਿਰੋਧੀ ਧਿਰ ਦੇ ਰਿਪਬਲਿਕਨ ਪਾਰਟੀ ਦੇ ਜੋ ਕਾਰਨਰ ਨੇ ਸੰਯੁਕਤ ਰੂਪ ਨਾਲ ਭਾਰਤ ਵਿੱਚ ਉਸ ਦੀ ਮਦਦ ਨੂੰ ਵਧਾਉਣ ਅਤੇ ਗਤੀ ਦੇਣ ਲਈ ਕਿਹਾ। ਵਾਰਨਰ ਨੇ ਕਿਹਾ, ਸੈਨੇਟ ਦੀ ਭਾਰਤ ਕਾਕਸ ਦੇ ਸਹਿ ਪ੍ਰਮੁੱਖਾਂ ਦੇ ਤੌਰ ਤੇ ਅਸੀਂ ਕੋਵਿਡ-19 ਸੰਕਟ ਦੇ ਵਿੱਚ ਭਾਰਤ ਵਿੱਚ ਸਾਡੇ ਦੋਸਤਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਅਪੀਲ ਕਰਦੇ ਹਾਂ।
ਭਾਰਤ ਵਿੱਚ ਕਰੋਨਾ ਵਾਇਰਸ ਦੇ ਹੁਣ ਤੱਕ ਇੱਕ ਦਿਨ ਵਿੱਚ 3 ਲੱਖ ਤੋਂ ਵੱਧ ਕੇਸ ਆ ਰਹੇ ਨੇ ਅਤੇ 2000 ਤੋਂ ਵੱਧ ਮੌਤਾਂ ਹੋ ਰਹੀਆਂ ਨੇ, ਜਿਸ ਨਾਲ ਦੇਸ਼ ਦੀ ਸਿਹਤ ਵਿਵਸਥਾ ਖਰਾਬ ਜਿਹੀ ਹੋ ਗਈ ਹੈ। ਉੱਥੇ ਹੀ ਅਮਰੀਕੀ ਸਟੱਡੀ ਵਿੱਚ ਮਾਹਿਰਾਂ ਦਾ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ 15 ਮਈ ਤੱਕ ਕਰੋਨਾ ਆਪਣੇ ਪੀਕ ਤੇ ਹੋਵੇਗਾ। ਇਸ ਦੌਰਾਨ ਹਰ ਦਿਨ 5600 ਮੌਤਾਂ ਹੋਣਗੀਆਂ ਅਤੇ 8 ਤੋਂ 10 ਲੱਖ ਦਰਮਿਆਨ ਕੇਸ ਮਿਲਣਗੇ। ਰਿਪੋਰਟ ਮੁਤਾਬਕ ਅਮਰੀਕੀ ਸਟੱਡੀ ਨੇ ਚੇਤਾਵਨੀ ਦਿੱਤੀ ਹੈ ਕਿ 12 ਅਪ੍ਰੈਲ ਤੋਂ 1 ਅਗਸਤ ਦਰਮਿਆਨ 3,29,000 ਮੌਤਾਂ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਤਰ੍ਹਾਂ ਜੁਲਾਈ ਦੇ ਅੰਤ ਤੱਕ ਦੇਸ਼ ਵਿੱਚ ਕਰੋਨਾ ਵਾਇਰਸ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ 6,65,000 ਪਾਰ ਕਰ ਜਾਵੇਗੀ। ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਐਵੈਲੂਏਸ਼ਨ ਵੱਲੋਂ ਕੋਵਿਡ-19 ਅਨੁਮਾਨ ਨਾਂ ਤੋਂ ਅਧਿਐਨ ਕੀਤਾ ਗਿਆ। ਇਸ ਵਿੱਚ ਉਮੀਦ ਪ੍ਰਗਟਾਈ ਗਈ ਕਿ ਭਾਰਤ ਵਿੱਚ ਕਰੋਨਾ ਵਾਇਰਸ ਦੀ ਦੂਜੀ ਲਹਿਰ ਟੀਕਾਕਰਨ ਦੀ ਰਫ਼ਤਾਰ ਨੂੰ ਘੱਟ ਕਰ ਸਕਦੀ ਹੈ। ਸਟੱਡੀ ਵਿੱਚ ਅਨੁਮਾਨ ਲਾਇਆ ਗਿਆ ਹੈ ਕਿ ਭਾਰਤ ਵਿੱਚ ਇਸ ਸਾਲ 10 ਮਈ ਤੱਕ ਇੱਕ ਦਿਨ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5600 ਪੁੱਜ ਜਾਵੇਗੀ। ਜ਼ਿਕਰਯੋਗ ਹੈ ਕਿ ਮਿਸ਼ੀਗਨ ਸਕੂਲ ਆਫ ਪਬਲਿਕ ਹੈਲਥ ਦੇ ਡਾਕਟਰ ਪ੍ਰਾਮਰ ਮੁਖਰਜੀ ਦੀ ਅਗਵਾਈ ਵਿੱਚ ਕਰੋਨਾ ਅਧਿਐਨ ਸਮੂਹ ਨੇ ਭਾਰਤ ਵਿੱਚ ਕਹਿਰ ਦਾ ਵਿਸ਼ਲੇਸ਼ਣ ਕਰਕੇ ਅਨੁਮਾਨ ਲਗਾਏ ਹਨ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਅਪ੍ਰੈਲ ਦੇ ਤੀਜੇ ਹਫ਼ਤੇ ਦੇ ਅੰਤ ਤੱਕ ਜੇਕਰ ਸਾਰੇ ਮਾਸਕ ਪਹਿਨਣ ਦੀ ਆਦਤ ਨੂੰ ਗੰਭੀਰਤਾ ਨਾਲ ਲੈਣ ਤਾਂ ਮੌਤ ਦੇ ਇਸ ਅੰਕੜੇ ਨੂੰ 70,000 ਤੱਕ ਘੱਟ ਕੀਤਾ ਜਾ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਪ੍ਰੈਲ ਵਿੱਚ ਕਰੋਨਾ ਵਾਇਰਸ ਭਾਰਤ ਵਿੱਚ ਮੌਤਾਂ ਦਾ 5ਵਾਂ ਸਭ ਤੋਂ ਵੱਡਾ ਕਾਰਨ ਹੈ। ट्रैवल ਏਜੰਟਾਂ ਦੇ ਝਾਂਸੇ ਵਿੱਚ ਆ ਕੇ ਬਹੁਤ ਸਾਰੇ ਨੌਜਵਾਨ ਫਸ ਜਾਂਦੇ ਨੇ, ਜਿਸ ਕਰਕੇ ਉਹਨਾਂ ਨਾਲ ਅਕਸਰ ਧੋਖੇ ਹੁੰਦੇ ਰਹਿੰਦੇ ਨੇ। ਜਿੱਥੇ ਇਹ ਨੌਜਵਾਨ ਲੱਖਾਂ ਰੁਪਏ ਬਰਬਾਦ ਕਰ ਦਿੰਦੇ ਨੇ, ਉੱਥੇ ਕਈ ਵਾਰ ਉਹਨਾਂ ਨੂੰ ਆਪਣੀਆਂ ਜਾਨਾਂ ਵੀ ਗਵਾਉਣੀਆਂ ਪੈਂਦੀਆਂ ਨੇ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸੰਸਥਾਪਕ ਡਾਕਟਰ SP ਸਿੰਘ ਓਬਰਾਏ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਇਹਨਾਂ ਨਕਲੀ ਏਜੰਟਾਂ ਦੇ ਕਬਜ਼ੇ ਵਿੱਚੋਂ ਛੁਡਵਾ ਕੇ ਆਪੋ ਆਪਣੇ ਘਰਾਂ ਵਿੱਚ ਸੁਰੱਖਿਅਤ ਪਹੁੰਚਾਇਆ ਹੈ। ਡਾਕਟਰ ਓਬਰਾਏ ਨੇ ਨਕਲੀ ਏਜੰਟਾਂ ਖਿਲਾਫ ਇੱਕ ਮੁਹਿੰਮ ਛੇੜੀ ਹੈ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਸੰਦੇਸ਼ ਦਿੱਤਾ। ਉਹਨਾਂ ਨੇ ਕਿਹਾ ਕਿ ਸਾਨੂੰ ਨਕਲੀ ਟਰੈਵਲ ਏਜੰਟਾਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਈ ਵਾਰੀ ਅਪੀਲ ਕਰ ਚੁੱਕਿਆ ਹਾਂ ਕਿ ਜਿੰਨੇ ਵੀ ਸਾਡੇ ਏਜੰਟ ਨੇ ਜਿਹੜੇ ਕਿ ਸਾਡੇ ਯੰਗ ਲੜਕੇ ਔਰ ਲੜਕੀਆਂ ਨੂੰ 50,000 ਤੋਂ ਲੈ ਕੇ ਲੱਖ ਸਵਾ ਲੱਖ ਰੁਪਏ ਲੈ ਕੇ ਇਹ ਝਾਂਸਾ ਦਿੰਦੇ ਨੇ ਕਿ ਤੁਹਾਨੂੰ ਅੱਛੀ ਨੌਕਰੀ ਦਵਾਵਾਂਗੇ ਤੇ ਉਹਨਾਂ ਨੂੰ ਫਸਲਾ ਕੇ UAE 'ਚ ਲੈ ਆਉਂਦੇ ਨੇ। ਇੱਥੇ ਆ ਕੇ ਫਿਰ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਕਿਉਂਕਿ ਉਹ ਜਿਹੜੇ ਲੈਟਰ ਹੁੰਦੇ ਨੇ ਸਾਰੇ ਫੇਕ ਹੁੰਦੇ ਨੇ। ਉਹ ਵੀਜ਼ੇ ਜਿਹੜੇ ਨੇ ਉਹ ਸਿਰਫ ਟ੍ਰਾਂਜ਼ਿਟ ਵੀਜ਼ਾ ਹੁੰਦਾ 2 ਹਫ਼ਤੇ ਦਾ ਜਾਂ ਵਿਜ਼ਿਟ ਵੀਜ਼ਾ ਹੁੰਦਾ। ਸੋ ਉਸ ਤੋਂ ਬਾਅਦ ਉਹਨਾਂ ਦਾ ਫੋਨ ਵੀ ਨਹੀਂ ਚੁੱਕਦੇ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਉਹਨਾਂ ਦਾ ਦੇਸ਼ ਕੋਵਿਡ-19 ਦੇ ਭਿਆਨਕ ਪ੍ਰਕੋਪ ਦੌਰਾਨ ਭਾਰਤ ਅਤੇ ਉਸਦੇ ਸਿਹਤ ਨਾਇਕਾਂ ਨੂੰ ਤੇਜ਼ੀ ਨਾਲ ਵਾਧੂ ਮਦਦ ਦੇਵੇਗਾ। ਉਹਨਾਂ ਦੀ ਇਹ ਟਿੱਪਣੀ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਬਾਈਡਨ ਪ੍ਰਸ਼ਾਸਨ ਤੇ ਕੋਵਿਡ-19 ਟੀਕਿਆਂ ਸਮੇਤ ਹੋਰ ਜੀਵਨ ਰੱਖਿਅਕ ਮੈਡੀਕਲ ਸਪਲਾਈ ਭਾਰਤ ਨੂੰ ਭੇਜਣ ਲਈ ਦਬਾਅ ਵੱਧ ਗਿਆ ਹੈ। ਬਲਿੰਕਨ ਨੇ ਇੱਕ ਟਵੀਟ ਵਿੱਚ ਕਿਹਾ, ਕੋਵਿਡ-19 ਦੇ ਭਿਆਨਕ ਪ੍ਰਕੋਪ ਦੌਰਾਨ ਸਾਡੀ ਹਮਦਰਦੀ ਭਾਰਤ ਦੇ ਲੋਕਾਂ ਨਾਲ ਹੈ। ਉਹਨਾਂ ਨੇ ਕਿਹਾ, ਅਸੀਂ ਭਾਰਤ ਸਰਕਾਰ ਵਿੱਚ ਆਪਣੇ ਹਿੱਸੇਦਾਰਾਂ ਨਾਲ ਕਰੀਬੀ ਤੋਂ ਕੰਮ ਕਰ ਰਹੇ ਹਾਂ। ਇਸ ਦੇ ਨਾਲ ਹੀ ਭਾਰਤ ਦੇ ਲੋਕਾਂ ਅਤੇ ਭਾਰਤੀ ਸਿਹਤ ਦੇਖਭਾਲ ਨਾਇਕਾਂ ਨੂੰ ਤੇਜ਼ੀ ਨਾਲ ਵਾਧੂ ਮਦਦ ਭੇਜਾਂਗੇ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਵਨ ਨੇ ਕਿਹਾ ਕਿ ਅਮਰੀਕਾ ਭਾਰਤ ਵਿੱਚ ਕੋਵਿਡ ਦੇ ਗੰਭੀਰ ਪ੍ਰਕੋਪ ਨਾਲ ਬਹੁਤ ਚਿੰਤਤ ਹੈ। ਸੁਲਵਨ ਨੇ ਕਿਹਾ, ਅਸੀਂ ਇਸ ਗਲੋਬਲ ਮਹਾਮਾਰੀ ਨਾਲ ਬਹਾਦਰੀ ਨਾਲ ਲੜ ਰਹੇ ਹਾਂ। ਭਾਰਤ ਦੇ ਆਪਣੇ ਦੋਸਤਾਂ ਅਤੇ ਹਿੱਸੇਦਾਰਾਂ ਨੂੰ ਵੱਧ ਸਹਾਇਤਾ ਅਤੇ ਸਪਲਾਈ ਭੇਜਣ ਲਈ ਹਰ ਸਮੇਂ ਕੰਮ ਕਰ ਰਹੇ ਹਾਂ। ਬਹੁਤ ਜਲਦ ਹੋਰ ਜ਼ਿਆਦਾ ਮਦਦ ਭੇਜੀ ਜਾਵੇਗੀ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸੰਕਟ ਨਾਲ ਨਜਿੱਠਣ ਵਿੱਚ ਭਾਰਤ ਦੀ ਮਦਦ ਲਈ ਅਮਰੀਕਾ ਰਾਜਨੀਤਿਕ ਅਤੇ ਮਾਹਿਰ ਦੋਵੇਂ ਪੱਧਰ ਤੇ ਭਾਰਤੀ ਅਧਿਕਾਰੀਆਂ ਨਾਲ ਕਰੀਬ ਤੋਂ ਕੰਮ ਕਰ ਰਿਹਾ ਹੈ। ਅਮਰੀਕਾ ਦੇ ਰੱਖਿਆ ਮੰਤਰੀ ਆਸਟਿਨ ਲੋਇਡ ਨੇ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਨੂੰ ਭਾਰਤ ਵਿੱਚ ਕਰੋਨਾ ਵਾਇਰਸ ਦੇ ਖਿਲਾਫ ਜੰਗ ਲੜ ਰਹੇ ਸਿਹਤ ਕਰਮੀਆਂ ਨੂੰ ਹਰ ਸੰਭਵ ਜ਼ਰੂਰੀ ਮਦਦ ਮੁਹੱਈਆ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ। ਇਹ ਕਦਮ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਭਾਰਤ ਵਿੱਚ ਕਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਪੈਦਾ ਹੋਏ ਅਚਾਨਕ ਸਿਹਤ ਸੰਕਟ ਨਾਲ ਨਜਿੱਠਣ ਵਿੱਚ ਅਮਰੀਕੀ ਸਰੋਤਾਂ ਦੇ ਜ਼ਰੀਏ ਮਦਦ ਦਾ ਨਿਰਦੇਸ਼ ਦੇਣ ਦੇ ਤੁਰੰਤ ਬਾਅਦ ਸਾਹਮਣੇ ਆਇਆ ਹੈ। ਆਸਟਿਨ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ਰੱਖਿਆ ਵਿਭਾਗ ਦਾ ਹਰ ਕਰਮਚਾਰੀ ਭਾਵੇਂ ਮਹਿਲਾ ਹੋਵੇ ਜਾਂ ਪੁਰਸ਼, ਉਹ ਲੋੜ ਦੇ ਸਮੇਂ ਵਿੱਚ ਆਪਣੇ ਭਾਰਤੀ ਸਹਿਯੋਗੀਆਂ ਦੇ ਨਾਲ ਹੈ। ਇਸ ਲੜਾਈ ਵਿੱਚ ਅਸੀਂ ਇਕੱਠੇ ਹਾਂ। ਆਸਟਿਨ ਬਾਈਡਨ ਪ੍ਰਸ਼ਾਸਨ ਦੇ ਪਹਿਲੇ ਉੱਚ ਪੱਧਰੀ ਅਧਿਕਾਰੀ ਹਨ ਜਿਨ੍ਹਾਂ ਨੇ ਪਿਛਲੇ ਮਹੀਨੇ ਭਾਰਤ ਦੀ ਯਾਤਰਾ ਕੀਤੀ ਸੀ। ਆਸਟਿਨ ਨੇ ਕਿਹਾ ਕਿ ਉਹਨਾਂ ਨੇ ਰੱਖਿਆ ਵਿਭਾਗ ਨੂੰ ਭਾਰਤ ਦੇ
ਫਰੰਟ ਮੋਰਚੇ ਦੇ ਕਰਮੀਆਂ ਪ੍ਰਤੀ ਇਕਜੁੱਟਤਾ ਦਿਖਾਉਣ ਲਈ ਉਹਨਾਂ ਨੂੰ ਸਰੋਤ ਤੋਂ ਹਰ ਸੰਭਵ ਮਦਦ ਦੇਣ ਦਾ ਨਿਰਦੇਸ਼ ਦਿੱਤਾ। ਉਹਨਾਂ ਨੇ ਕਿਹਾ ਅਸੀਂ ਲੋਕ ਵਰਤਮਾਨ ਵਿੱਚ ਉਹਨਾਂ ਉਪਕਰਨਾਂ ਦਾ ਮੁਲਾਂਕਣ ਕਰ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਖਰੀਦ ਸਕਦੇ ਹਾਂ ਜਾਂ ਖੁਦ ਬਣਾ ਸਕਦੇ ਹਾਂ ਅਤੇ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨਾਲ ਮਦਦ ਕਰ ਸਕਦੇ ਹਾਂ। ਪਾਕਿਸਤਾਨ ਨੇ ਕੋਵਿਡ-19 ਦੀ ਘਾਤਕ ਲਹਿਰ ਨਾਲ ਲੜਨ ਵਿੱਚ ਮਦਦ ਦੇਣ ਲਈ ਭਾਰਤ ਨੂੰ ਵੈਂਟੀਲੇਟਰ ਸਮੇਤ ਹੋਰ ਰਾਹਤ ਸਮੱਗਰੀਆਂ ਉਪਲਬਧ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ ਅਤੇ ਕਿਹਾ ਕਿ ਦੋਵੇਂ ਦੇਸ਼ ਗਲੋਬਲ ਮਹਾਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਨਾਲ ਨਜਿੱਠਣ ਲਈ ਹੋਰ ਸਹਿਯੋਗ ਦੇ ਸੰਭਾਵਿਤ ਤਰੀਕਿਆਂ ਦੀਆਂ ਸੰਭਾਵਨਾਵਾਂ ਨੂੰ ਲੱਭ ਸਕਦੇ ਨੇ। ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਪਾਕਿਸਤਾਨ ਤੌਰ ਤਰੀਕਿਆਂ ਦਾ ਪਤਾ ਲੱਗਦੇ ਹੀ ਕੁਝ ਖਾਸ ਸਮੱਗਰੀਆਂ ਭੇਜਣ ਲਈ ਤਿਆਰ ਹੈ। ਬਿਆਨ ਵਿੱਚ ਕਿਹਾ ਗਿਆ ਕੋਵਿਡ-19 ਦੀ ਮੌਜੂਦਾ ਲਹਿਰ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਦੇ ਲੋਕਾਂ ਨਾਲ ਇਕਮੁੱਠਤਾ ਦੀ ਭਾਵਨਾ ਨਾਲ ਪਾਕਿਸਤਾਨ ਆਪਣੇ ਗੁਆਂਢੀ ਦੇਸ਼ ਨੂੰ ਵੈਂਟੀਲੇਟਰ, BPA, PA ਅਤੇ ਡਿਜੀਟਲ ਐਕਸ-ਰੇ ਮਸ਼ੀਨਾਂ, PPT ਕਿੱਟਾਂ ਅਤੇ ਹੋਰ ਸੰਬੰਧਿਤ ਵਸਤਾਂ ਦੀ ਮਦਦ ਕਰਨ ਲਈ ਪੇਸ਼ਕਸ਼ ਕਰਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਅਤੇ ਭਾਰਤ ਦੇ ਸੰਬੰਧਿਤ ਅਧਿਕਾਰੀ ਰਾਹਤ ਸਮੱਗਰੀਆਂ ਦੀਆਂ ਤੁਰੰਤ ਸਪਲਾਈ ਲਈ ਤੌਰ ਤਰੀਕਿਆਂ ਤੇ ਕੰਮ ਕਰ ਸਕਦੇ ਨੇ। ਇਹ ਪੇਸ਼ਕਸ਼ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਭਾਰਤ ਦੇ ਲੋਕਾਂ ਨਾਲ ਇਕਜੁੱਟਤਾ ਦਿਖਾਉਣ ਦੇ ਬਾਅਦ ਕੀਤੀ ਗਈ। ਉਹਨਾਂ ਨੇ ਕਿਹਾ ਸਾਨੂੰ ਮਨੁੱਖਤਾ ਦੇ ਸਾਹਮਣੇ ਆਈ ਇਸ ਗਲੋਬਲ ਚੁਣੌਤੀ ਨਾਲ ਮਿਲ ਕੇ ਲੜਨਾ ਹੋਵੇਗਾ। ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇहद ਭਿਆਨਕ ਹੁੰਦੀ ਜਾ ਰਹੀ ਹੈ। ਹਰ ਦਿਨ ਦੇਸ਼ ਵਿੱਚ ਕੋਰੋਨਾ ਦੇ ਨਵੇਂ ਕੇਸਾਂ ਦਾ ਰਿਕਾਰਡ ਟੁੱਟਦਾ ਹੀ ਜਾ ਰਿਹਾ ਹੈ। ਬੀਤੇ 24 ਘੰਟਿਆਂ ਅੰਦਰ ਭਾਰਤ ਵਿੱਚ ਰਿਕਾਰਡ ਤੋੜ ਕੋਰੋਨਾ ਦੇ ਕੇਸ ਸਾਹਮਣੇ ਆਏ ਨੇ। ਸੋਮਵਾਰ ਯਾਨੀ ਕਿ ਅੱਜ ਭਾਰਤ ਵਿੱਚ 3.52 ਲੱਖ ਕੋਰੋਨਾ ਦੇ ਨਵੇਂ ਕੇਸ ਦਰਜ ਕੀਤੇ ਗਏ ਜੋ ਕਿ ਹੁਣ ਤੱਕ ਦੁਨੀਆ ਵਿੱਚ ਸਭ ਤੋਂ ਵੱਡਾ ਅੰਕੜਾ ਹੈ। ਦੱਸ ਦਈਏ ਕਿ ਇਹ ਲਗਾਤਾਰ 5ਵਾਂ ਦਿਨ ਹੈ ਜਦੋਂ ਭਾਰਤ ਵਿੱਚ ਕੋਰੋਨਾ ਦੇ ਕੇਸ 3 ਲੱਖ ਤੋਂ ਪਾਰ ਚਲੇ ਗਏ ਨੇ। ਕੋਰੋਨਾ ਕੇਸਾਂ ਦਾ ਵੱਧਦਾ ਗ੍ਰਾਫ ਵੱਡੀ ਚਿੰਤਾ ਬਣ ਗਈ ਹੈ। ਕੇਸ ਵਧਣ ਦੇ ਨਾਲ-ਨਾਲ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਰੋਜ਼ਾਨਾ 2000 ਤੋਂ ਉੱਪਰ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਦੱਸ ਦਈਏ ਕਿ ਭਾਰਤ ਵਿੱਚ ਕੋਰੋਨਾ ਆਫਤ ਜਾਂ ਇੰਜ ਕਹਿ ਲਿਆ ਜਾਵੇ ਕਿ ਨਵੇਂ ਕੇਸਾਂ ਦੀ ਗਿਣਤੀ ਇਸ ਸਮੇਂ ਹਰ ਸੂਬੇ ਵਿੱਚ ਵੱਧ ਰਹੀ ਹੈ। ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਦਿੱਲੀ ਅਜਿਹੇ ਸੂਬੇ ਹਨ ਜਿੱਥੇ ਕੋਰੋਨਾ ਕੇਸਾਂ ਦੀ ਗਿਣਤੀ ਵਧਣ ਦੇ ਨਾਲ-ਨਾਲ ਹਸਪਤਾਲਾਂ ਵਿੱਚ ਆਕਸੀਜਨ ਅਤੇ ਬੈੱਡਾਂ ਦੀ ਘਾਟ ਵੀ ਵਧਣ ਲੱਗੀ ਹੈ। ਮਹਾਰਾਸ਼ਟਰ ਵਿੱਚ ਕੋਰੋਨਾ ਦੇ ਕੇਸ ਰੋਜ਼ਾਨਾ 60,000 ਤੋਂ ਪਾਰ ਆ ਰਹੇ ਨੇ ਜੋ ਕਿ ਚਿੰਤਾ ਵਧਾ ਰਹੇ ਨੇ। ਪੰਜਾਬ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ। ਐਤਵਾਰ ਨੂੰ ਇੱਕ ਦਿਨ ਵਿੱਚ ਸੂਬੇ ਵਿੱਚ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਗਿਣਤੀ 7000 ਦਾ ਅੰਕੜਾ ਪਾਰ ਕਰ ਗਈ। 24 ਘੰਟਿਆਂ ਵਿੱਚ ਕੁੱਲ 7014 ਨਵੇਂ ਕੇਸ ਸਾਹਮਣੇ ਆਏ ਤੇ ਇਹਨਾਂ ਵਿੱਚੋਂ ਵੀ ਲੁਧਿਆਣਾ ਵਿੱਚ ਇੱਕ ਦਿਨ 'ਚ ਰਿਕਾਰਡ 1399 ਲੋਕਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਸੂਬੇ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 48154 ਹੋ ਗਈ। ਇਹਨਾਂ ਵਿੱਚੋਂ 584 ਮਰੀਜ਼ਾਂ ਨੂੰ ਆਕਸੀਜਨ ਤੇ 74 ਨੂੰ ਵੈਂਟੀਲੇਟਰ ਦੇ ਸਹਾਰੇ ਰੱਖਿਆ ਗਿਆ। ਉਧਰ 5315 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ। ਐਤਵਾਰ ਨੂੰ ਸੂਬੇ ਵਿੱਚ 76270 ਲੋਕਾਂ ਦਾ ਟੀਕਾਕਰਨ ਹੋਇਆ। ਇਹਨਾਂ ਵਿੱਚੋਂ 64464 ਨੂੰ ਵੈਕਸੀਨ ਦੀ ਪਹਿਲੀ ਤੇ 11806 ਲੋਕਾਂ ਨੂੰ ਦੂਜੀ ਡੋਜ਼ ਦਿੱਤੀ ਗਈ। ਸਿਹਤ ਵਿਭਾਗ ਅਨੁਸਾਰ ਐਤਵਾਰ ਨੂੰ 7014 ਨਵੇਂ ਇਨਫੈਕਟਡ ਵਿੱਚੋਂ 5075 ਮਰੀਜ਼ ਸਿਰਫ 8 ਜ਼ਿਲ੍ਹਿਆਂ ਵਿੱਚ ਸਾਹਮਣੇ ਆਏ ਨੇ। ਇਹਨਾਂ ਜ਼ਿਲ੍ਹਿਆਂ ਵਿੱਚ ਇਨਫੈਕਟਡਾਂ ਦੀ ਗਿਣਤੀ 300 ਤੋਂ ਜ਼ਿਆਦਾ ਰਹੀ। ਲੁਧਿਆਣੇ ਵਿੱਚ ਸਭ ਤੋਂ ਜ਼ਿਆਦਾ 1399, ਮੋਹਾਲੀ ਵਿੱਚ 893, ਜਲੰਧਰ ਵਿੱਚ 648, ਅੰਮ੍ਰਿਤਸਰ ਵਿੱਚ 569, ਪਟਿਆਲੇ ਵਿੱਚ 495, ਬਠਿੰਡੇ 'ਚ 464, ਗੁਰਦਾਸਪੁਰ ਵਿੱਚ 317 ਤੇ ਮੁਕਤਸਰ ਵਿੱਚ 300 ਲੋਕਾਂ ਦੀ ਰਿਪੋਰਟ ਪੋਜ਼ਿਟਿਵ ਆਈ। ਉਧਰ ਮਾਨਸੇ ਵਿੱਚ 250, ਫਾਜ਼ਿਲਕਾ ਵਿੱਚ 241, ਹੁਸ਼ਿਆਰਪੁਰ ਵਿੱਚ 229, ਕਪੂਰਥਲੇ ਵਿੱਚ 202, ਪਠਾਨਕੋਟ ਵਿੱਚ 164, ਸੰਗਰੂਰ 'ਚ 133, ਬਰਨਾਲੇ 'ਚ 127 ਤੇ ਫਰੀਦਕੋਟ ਵਿੱਚ 122 ਮਾਮਲੇ ਨਵੇਂ ਸਾਹਮਣੇ ਆਏ ਨੇ। ਕੋਰੋਨਾ ਵਾਇਰਸ ਲਾਗ ਦੀ ਬਿਮਾਰੀ ਨਾਲ ਜੰਗ ਲੜ ਰਹੇ ਭਾਰਤ ਨਾਲ ਹੁਣ ਸੰਯੁਕਤ ਅਰਬ ਅਮੀਰਾਤ ਵੀ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਇਆ ਹੈ। ਇਸ ਮੁਸ਼ਕਲ ਸਮੇਂ ਵਿੱਚ ਭਾਰਤ ਦੀ ਹਮਾਇਤ ਵਿੱਚ UAE ਨੇ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੂੰ ਤਿਰੰਗੇ ਦੇ ਰੰਗ ਨਾਲ ਰੌਸ਼ਨ ਕੀਤਾ। ਅਸਲ ਵਿੱਚ ਭਾਰਤ 'ਚ ਕੋਰੋਨਾ ਨਾਲ ਹਾਲਾਤ ਬਹੁਤ ਚਿੰਤਾਜਨਕ ਨੇ। ਅਜਿਹੇ ਵਿੱਚ ਸਾਊਦੀ ਅਰਬ, UK, ਅਮਰੀਕਾ ਸਮੇਤ ਕਈ ਦੇਸ਼ ਭਾਰਤ ਨਾਲ ਖੜੇ ਨੇ। ਇਸ ਦੌਰਾਨ UAE ਨੇ ਭਾਰਤ ਪ੍ਰਤੀ ਆਪਣਾ ਸਮਰਥਨ ਅਤੇ ਪਿਆਰ ਜਤਾਉਣ ਲਈ ਬੁਰਜ ਖਲੀਫਾ ਨੂੰ ਤਿਰੰਗੇ ਦੇ ਰੰਗ ਵਿੱਚ ਰੌਸ਼ਨ ਕੀਤਾ। ਇਸ ਸਭ ਤੋਂ ਉੱਚੀ ਇਮਾਰਤ ਤੋਂ
ਸਟੇ ਸਟਰੋਂਗ ਇੰਡੀਆ ਦਾ ਮੈਸੇਜ ਦਿੱਤਾ ਗਿਆ। ਕਰੋਨਾ ਵਾਇਰਸ ਲਾਗ ਦੀ ਬਿਮਾਰੀ ਨਾਲ ਜੰਗ ਲੜ ਰਹੇ ਭਾਰਤ ਨਾਲ ਹੁਣ ਸੰਯੁਕਤ ਅਰਬ ਅਮੀਰਾਤ ਵੀ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਇਆ ਹੈ। ਇਸ ਮੁਸ਼ਕਲ ਸਮੇਂ ਵਿੱਚ ਭਾਰਤ ਦੀ ਹਮਾਇਤ ਵਿੱਚ UAE ਨੇ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੂੰ ਤਿਰੰਗੇ ਦੇ ਰੰਗਾਂ ਨਾਲ ਰੌਸ਼ਨ ਕੀਤਾ। ਅਸਲ ਵਿੱਚ ਭਾਰਤ ਵਿੱਚ ਕਰੋਨਾ ਨਾਲ ਹਾਲਾਤ ਬਹੁਤ ਚਿੰਤਾਜਨਕ ਨੇ। ਅਜਿਹੇ ਵਿੱਚ ਸਾਊਦੀ ਅਰਬ, UK, ਅਮਰੀਕਾ ਸਮੇਤ ਕਈ ਦੇਸ਼ ਭਾਰਤ ਨਾਲ ਖੜੇ ਨੇ। ਇਸ ਦੌਰਾਨ UAE ਨੇ ਭਾਰਤ ਪ੍ਰਤੀ ਆਪਣਾ ਸਮਰਥਨ ਅਤੇ ਪਿਆਰ ਜਤਾਉਣ ਲਈ ਬੁਰਜ ਖਲੀਫਾ ਨੂੰ ਤਿਰੰਗੇ ਦੇ ਰੰਗ ਵਿੱਚ ਰੌਸ਼ਨ ਕੀਤਾ। ਇਸ ਸਭ ਤੋਂ ਉੱਚੀ ਇਮਾਰਤ ਨੂੰ ਸਟੇ ਸਟਰੋਂਗ ਇੰਡੀਆ ਦਾ ਮੈਸੇਜ ਦਿੱਤਾ ਗਿਆ। ਭਾਰਤ 'ਚ ਹੁਣ ਕਰੋਨਾ ਵਾਇਰਸ ਦੇ ਰਿਕਾਰਡ ਤੋੜ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਜਿੱਥੇ ਯੂਰਪ ਸਮੇਤ ਕਈ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀ ਲਾਈ ਹੋਈ ਹੈ ਅਤੇ ਭਾਰਤ ਵਿੱਚ ਦਿਨੋ-ਦਿਨ ਵੱਧ ਰਹੇ ਕਰੋਨਾ ਕੇਸਾਂ ਕਾਰਨ ਪਾਬੰਦੀ ਲਾਉਂਦੇ ਜਾ ਰਹੇ ਨੇ, ਉੱਥੇ ਇਟਲੀ ਸਰਕਾਰ ਵੱਲੋਂ ਵੀ ਭਾਰਤ ਤੋਂ ਇਟਲੀ ਆਉਣ ਵਾਲੇ ਯਾਤਰੀਆਂ ਲਈ ਆਰਜ਼ੀ ਤੌਰ ਤੇ 14 ਦਿਨਾਂ ਲਈ ਆਰਜ਼ੀ ਪਾਬੰਦੀ ਲਗਾ ਦਿੱਤੀ ਹੈ। ਇਟਲੀ ਦੇ ਸਿਹਤ ਮੰਤਰੀ ਰੋਬਰਟੋ ਸਨਪ੍ਰੇਜਾ ਵੱਲੋਂ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਰਤ ਵਿੱਚ ਲਗਾਤਾਰ ਵੱਧ ਰਹੇ ਕੇਸਾਂ ਕਾਰਨ ਸਾਨੂੰ ਇਹ ਪਾਬੰਦੀ ਲਾਉਣੀ ਪੈ ਰਹੀ ਹੈ, ਪਰ ਜਿਹੜੇ ਨਾਗਰਿਕ ਇਟਲੀ ਦੇ ਨਿਵਾਸੀ ਨੇ ਉਹਨਾਂ ਨੂੰ ਕੋਈ ਰੋਕ ਨਹੀਂ ਹੈ। ਉਹ ਇਟਲੀ ਵਾਪਸ ਆ ਸਕਦੇ ਨੇ, ਪਰ ਉਹਨਾਂ ਕੋਲ ਕਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਹੋਣੀ ਚਾਹੀਦੀ ਹੈ। ਭਾਰਤ ਤੋਂ ਇਟਲੀ ਪਹੁੰਚ ਕੇ 14 ਦਿਨਾਂ ਲਈ ਇਕਾਂਤਵਾਸ ਹੋਣਾ ਲਾਜ਼ਮੀ ਹੋਵੇਗਾ, ਕਿਉਂਕਿ ਭਾਰਤ ਵਿੱਚ 24 ਅਪ੍ਰੈਲ ਨੂੰ 3,46,000 ਨਵੇਂ ਕਰੋਨਾ ਦੇ ਕੇਸ ਸਾਹਮਣੇ ਆਏ ਨੇ, ਜਿਹੜਾ ਕਿ ਇੱਕ ਦਿਨ ਦਾ ਪੂਰੀ ਦੁਨੀਆ ਭਰ ਵਿੱਚ ਹੁਣ ਤੱਕ ਦੇ ਪਹਿਲੇ ਦਰਜੇ ਦਾ ਰਿਕਾਰਡ ਅੰਕੜਾ ਦਰਜ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਟਲੀ ਸਰਕਾਰ ਦਿਨ ਰਾਤ ਇਸ ਮਹਾਮਾਰੀ ਤੇ ਕਾਬੂ ਪਾਉਣ ਵਿੱਚ ਲੱਗੀ ਹੋਈ ਹੈ। ਇਟਲੀ ਸਰਕਾਰ ਹੁਣ ਕਿਸੇ ਕਿਸਮ ਦਾ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ। ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਮਗਰੋਂ ਕਣਕ ਦੀ ਸਰਕਾਰੀ ਖਰੀਦ ਤੋਂ ਹੱਥ ਕੁੱਟਣਾ ਸ਼ੁਰੂ ਕਰ ਦਿੱਤਾ, ਜਦੋਂ ਕਿ ਪੰਜਾਬ ਨੇ ਕਣਕ ਦੀ ਖਰੀਦ 'ਚ ਸਮੁੱਚੇ ਦੇਸ਼ ਨੂੰ ਪਿਛਾਂਹ ਛੱਡ ਦਿੱਤਾ ਹੈ। ਬੇਸ਼ੱਕ ਮੱਧ ਪ੍ਰਦੇਸ਼ ਨੇ ਦੇਸ਼ ਭਰ 'ਚ ਸਭ ਤੋਂ ਜ਼ਿਆਦਾ 135 ਲੱਖ ਮੀਟ੍ਰਿਕ ਟਨ ਕਣਕ ਖਰੀਦ ਦਾ ਟੀਚਾ ਤੈਅ ਕੀਤਾ ਸੀ, ਪਰ ਹਾਲੇ ਤੱਕ ਇਸ ਸੂਬੇ 'ਚ 44.86 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ। ਮੱਧ ਪ੍ਰਦੇਸ਼ ਵਿੱਚ ਕਣਕ ਦੀ ਸਰਕਾਰੀ ਖਰੀਦ 15 ਮਾਰਚ ਤੋਂ ਸ਼ੁਰੂ ਹੋ ਗਈ ਸੀ, ਜਦੋਂ ਕਿ ਪੰਜਾਬ ਵਿੱਚ 10 ਅਪ੍ਰੈਲ ਤੋਂ ਖਰੀਦ ਦਾ ਕੰਮ ਚੱਲਿਆ ਸੀ। ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਨੇ ਦੇਸ਼ ਦੇ ਦਰਜਨ ਸੂਬਿਆਂ ਵਿੱਚ ਕਣਕ ਖਰੀਦਣ ਦਾ ਐਕਸ਼ਨ ਪਲਾਨ ਤਿਆਰ ਕੀਤਾ ਸੀ। ਹੁਣ ਤੱਕ ਸਮੁੱਚੇ ਦੇਸ਼ ਵਿੱਚ 1,86.57 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ, ਜਿਸ ਚੋਂ 36% ਇਕੱਲੇ ਪੰਜਾਬ ਚੋਂ ਖਰੀਦ ਹੋਈ ਹੈ। 23 ਅਪ੍ਰੈਲ ਤੱਕ ਪੰਜਾਬ 'ਚ 66.80 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ, ਜਦੋਂ ਕਿ ਹਰਿਆਣਾ ਚੋਂ 64.23 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ। ਭਾਰਤੀ ਖੁਰਾਕ ਨਿਗਮ ਨੇ ਪੰਜਾਬ ਚੋਂ 5.15 ਲੱਖ ਅਤੇ ਹਰਿਆਣਾ ਚੋਂ 4.94 ਲੱਖ ਮੀਟ੍ਰਿਕ ਟਨ ਕਣਕ ਫਸਲ ਖਰੀਦ ਕੀਤੀ ਹੈ। ਪੰਜਾਬ ਵਿੱਚ ਵਾਢੀ ਦਾ ਕੰਮ ਤਕਰੀਬਨ ਮੁਕੰਮਲ ਹੋ ਗਿਆ, ਜਦੋਂ ਕਿ ਫਸਲ ਦੀ ਆਮਦ ਮੰਡੀਆਂ ਵਿੱਚ ਜਾਰੀ ਹੈ। ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਮਗਰੋਂ ਐਤਕੀ ਗੁਜਰਾਤ 'ਚੋਂ ਸਿਰਫ 42,000 ਮੀਟ੍ਰਿਕ ਟਨ ਕਣਕ ਖਰੀਦੀ ਹੈ, ਜਦੋਂ ਕਿ ਗੁਜਰਾਤ 'ਚ 16 ਮਾਰਚ ਤੋਂ ਖਰੀਦ ਸ਼ੁਰੂ ਹੋਈ। ਦਿੱਲੀ ਵਿੱਚ ਸਿਰਫ 2,000 ਮੀਟ੍ਰਿਕ ਟਨ ਅਤੇ ਉੱਤਰਾਖੰਡ 'ਚ 41,000 ਮੀਟ੍ਰਿਕ ਟਨ ਕਣਕ ਖਰੀਦੀ ਗਈ। ਕੇਂਦਰ ਸਰਕਾਰ ਨੇ ਬਿਹਾਰ 'ਚੋਂ 1 ਲੱਖ ਮੀਟ੍ਰਿਕ ਟਨ ਦਾ ਟੀਚਾ ਰੱਖਿਆ ਹੈ। 3 ਦੇਸ਼ਾਂ ਦੇ 4 ਪੁਲਾੜ ਯਾਤਰੀਆਂ ਨੂੰ ਲੈ ਕੇ ਸਪੇਸ ਐਕਸ ਕ੍ਰਿਊ ਡਰੈਗਨ ਪੁਲਾੜ ਯਾਨ ਸ਼ਨੀਚਰਵਾਰ ਸਵੇਰੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਪਹੁੰਚ ਗਿਆ। ਖੋਜ ਕਾਰਜਾਂ ਲਈ ਇਹ ਚਾਲਕ ਦਲ ਇੱਥੇ 6 ਮਹੀਨੇ ਬਤੀਤ ਕਰੇਗਾ। ਕ੍ਰਿਊ 2 ਦੇ ਨਾਮ ਹੇਠ ਇਹ ਮਿਸ਼ਨ ਇਲੋਨ ਮਸਕ ਦੀ ਕੰਪਨੀ ਲਈ ਤੀਜੀ ਅਤੇ ਨਿੱਜੀ ਮਾਲਕੀ ਵਾਲੀ ਰਾਕੇਟ ਬੂਸਟਰ ਅਤੇ ਪੁਲਾੜ ਯਾਨ ਦੀ ਵਰਤੋਂ ਕਰਨ ਵਾਲੀ ਪੁਲਾੜ ਉਡਾਨ ਹੈ। ਪੁਲਾੜ ਯਾਨ ਨੇ ਪੁਲਾੜ ਯਾਤਰੀਆਂ ਨੂੰ ਲੈ ਕੇ ਸ਼ੁੱਕਰਵਾਰ ਸਵੇਰੇ ਫਲੋਰੀਡਾ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਉਡਾਨ ਭਰੀ ਸੀ ਅਤੇ ਲਗਭਗ 250 ਮੀਲ ਦੂਰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਪਹੁੰਚਿਆ। ਸ਼ਨੀਚਰਵਾਰ ਸਵੇਰੇ ਕੈਪਸੂਲ ਹੌਲੀ-ਹੌਲੀ ਆਪਣੀ ਗਤੀ ਨੂੰ ਇਕਸਾਰ ਕਰਨ 'ਚ ਕਾਮਯਾਬ ਹੋਇਆ। ਪੁਲਾੜ ਸਟੇਸ਼ਨ ਦੇ ਇੱਕ ਬੇਸ ਤੇ ਕਾਮਯਾਬੀ ਨਾਲ ਉਤਰਿਆ ਚਾਲਕ ਦਲ 'ਚ ਨਾਸਾ ਦੇ ਪੁਲਾੜ ਯਾਤਰੀਆਂ ਸੇਨ ਕ੍ਰਿਮਵਰੋਗ ਅਤੇ ਮੇਗਨ ਮੈਕਆਰਥ, ਯੂਰੋਪੀਅਨ ਪੁਲਾੜ ਏਜੰਸੀ ਦੇ ਥਾਮਸ ਪਿਸਕੇਟ ਅਤੇ ਜਾਪਾਨ ਦੀ ਜੈਕਸਾ ਪੁਲਾੜ ਏਜੰਸੀ ਦੇ ਨਾਲ ਅਕੀਹੋ ਹੋਸਾਈਟ ਸ਼ਾਮਲ ਹਨ। ਪੁਲਾੜ ਯਾਤਰੀਆਂ ਦੇ ਮਿਸ਼ਨ ਦਾ ਮੁੱਖ ਕੇਂਦਰ ਟਿਸ਼ੂ ਚਿਪਸ ਜਾਂ ਮਨੁੱਖੀ ਅੰਗਾਂ ਦੇ ਛੋਟੇ ਮਾਡਲ ਤੇ ਖੋਜ ਕਰਨਾ ਹੈ। ਨਾਸਾ ਦੀ ਉਮੀਦ ਹੈ ਕਿ ਇਹ ਖੋਜ ਦਵਾਈਆਂ ਟੀਕਿਆਂ ਦੇ ਵਿਕਾਸ ਨੂੰ ਅੱਗੇ ਵਧਾਏਗੀ। ਪੁਲਾੜ ਏਜੰਸੀ ਅਨੁਸਾਰ ਇਹ ਕੋਸ਼ਿਸ਼ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਜੈਵਿਕ ਅਤੇ ਹੋਰ ਵਿਗਿਆਨਕ ਵਰਤਾਰੇ ਦੇ ਅਧਿਐਨ ਦੇ ਖੇਤਰ 'ਚ ਵੱਖਰਾ ਮੁਕਾਮ ਹਾਸਲ ਕਰੇਗੀ ਅਤੇ ਮਾਈਕਰੋਗ੍ਰੈਵਿਟੀ ਵਾਤਾਵਰਣ ਵਿਗਿਆਨੀਆਂ ਨੂੰ ਬਿਹਤਰ ਬੁਨਿਆਦ ਸਮਝ ਦੇ ਸਕਦੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।